ਜਦੋਂ ਤੱਕ ਸਾਡੇ ਦੇਸ਼ ਦੀ ਨਾਰੀ ਨੂੰ ਸਨਮਾਨ ਨਹੀਂ ਮਿਲੇਗਾ ਅਸੀਂ ਇਹਨਾਂ ਚੀਜ਼ਾਂ ਦੇ ਖਿਲਾਫ ਆਪਣੀ ਆਵਾਜ਼ ਚੱਕਦੇ ਰਹਾਂਗੇ। ਹਰਿਆਣਾ ਦੇ ਸਪੋਰਟਸ ਮਿਨਿਸਟਰ ਦੇ ਖਿਲਾਫ ਵੀ ਸੇਮ ਇੱਕ ਸਪੋਰਟਸ ਕੋਚ ਦੇ ਵੱਲੋਂ ਇਲਜ਼ਾਮ ਲਾਏ ਜਾਂਦੇ ਸੀ। ਹਰਿਆਣਾ ਦੀ ਪੁਲਿਸ ਉਹਨਾਂ ਨੂੰ ਬਚਾਉਂਦੇ ਆ ਰਹੀ ਹੈ, ਕੋਈ ਗ੍ਰਿਫਤਾਰੀ ਨਹੀਂ ਹੋਈ, ਨਾ ਉਹਨਾਂ ਤੋਂ ਕੋਈ ਮੰਤਰਾਲੇ ਲਿਆ ਗਿਆ ਹੈ। ਜਦੋਂ ਤੱਕ ਇਨਸਾਫ ਨਹੀਂ ਮਿਲਦਾ, ਜਦੋਂ ਤੱਕ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ, ਆਪਣਾ ਪ੍ਰੋਟੈਸਟ ਜਾਰੀ ਰੱਖੇਗੀ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ, ਮੈਂ ਤੁਹਾਡੇ ਨਾਲ ਲਕਸ਼ਦੀਪ ਸਿੰਘ। ਇਸ ਵੇਲੇ ਮੌਜੂਦ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ, ਜਿੱਥੇ ਕਿ ਸਟੂਡੈਂਟਸ ਦੇ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤਾਂ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਹਾਲ ਹੀ ਦੇ ਵਿੱਚ ਜਿਹੜੇ ਪਹਿਲਵਾਨ ਨੇ ਉਹ ਜੰਤਰ ਮੰਤਰ ਤੇ ਬੈਠੇ ਹੋਏ ਨੇ, ਉਹਨਾਂ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਜਿਹੜਾ ਆ ਦਿੱਤਾ ਜਾ ਰਿਹਾ ਆ। ਰੈਸਲਿੰਗ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਦੇ ਉੱਪਰ ਯੌਨ ਸ਼ੋਸ਼ਣ ਦੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ, ਤਾਂ ਜਿਹੜੇ ਇਹ ਹੱਥਾਂ ਦੇ ਵਿੱਚ ਤਖਤੀਆਂ ਫੜੀਆਂ ਹੋਈਆਂ ਨੇ, ਪੋਸਟਰ ਫੜੇ ਹੋਏ ਨੇ, ਤਾਂ ਉੱਤੇ ਲਿਖਿਆ ਹੋਇਆ ਦੋਸ਼ੀਆਂ ਕੋ ਗ੍ਰਿਫਤਾਰ ਕਰੋ, ਨਾਰੀ ਸ਼ਕਤੀ ਜ਼ਿੰਦਾਬਾਦ। ਦਾ ਇੱਕ ਵੱਡਾ ਜਿਹੜਾ ਇਕੱਠ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸਟੂਡੈਂਟਸ ਦੇ ਵੱਲੋਂ ਕੀਤਾ ਜਾ ਰਿਹਾ। ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਵੀ ਕਰਾਂਗੇ ਕੀ ਮਕਸਦ ਹੈ, ਮਸਲਾ ਕੀ ਹੈ, ਕਿਉਂਕਿ ਕਾਫੀ ਦਿਨਾਂ ਤੋਂ ਜੰਤਰ ਮੰਤਰ ਤੇ ਜਿਹੜੇ ਪਹਿਲਵਾਨ ਨੇ ਉਹ ਵੀ ਪ੍ਰਦਰਸ਼ਨ ਕਰ ਰਹੇ ਨੇ। ਦੇਖੋ ਜੀ, ਪਹਿਲਾਂ ਤਾਂ ਬੜੀ ਨਿੰਦਣਯੋਗ ਗੱਲ ਹੈ, ਸਾਡੇ ਦੇਸ਼ ਦੇ ਪਹਿਲਵਾਨ ਜਿਨ੍ਹਾਂ ਨੇ ਸਾਡੇ ਦੇਸ਼ ਦੇ ਲਈ ਮੈਡਲ ਲਏ, ਸਾਡੇ ਦੇਸ਼ ਦਾ ਮਾਣ ਵਧਾਇਆ, ਗੌਰਵ ਵਧਾਇਆ, ਤੇ ਅੱਜ ਉਹਨਾਂ ਨੂੰ ਇਨਸਾਫ ਦੇ ਲਈ ਜੰਤਰ ਮੰਤਰ ਦੇ ਵਿੱਚ ਬੈਠਣਾ ਪੈ ਰਿਹਾ। ਤੇ ਸਾਰਿਆਂ ਨੂੰ ਪਤਾ ਸਾਡੇ ਦੇਸ਼ ਦੇ ਜਿਹੜੇ ਯੂਨੀਅਨ ਮਿਨਿਸਟਰ ਨੇ ਬ੍ਰਿਜ ਭੂਸ਼ਣ ਜੀ, ਜਿਹੜੇ WFI ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਲਗਾਤਾਰ 3 ਵਾਰ ਪ੍ਰਧਾਨ ਰਹੇ ਨੇ, ਉਹਨਾਂ ਦੇ ਖਿਲਾਫ ਸ਼ੋਸ਼ਣ ਦੇ ਇਲਜ਼ਾਮ ਲਾਏ ਨੇ। ਤੇ ਮੈਂ ਕਹਿੰਦਾ ਆਪਣੇ ਕਰੀਅਰ ਨੂੰ ਸੇਕ ਤੇ ਰੱਖ ਕੇ ਜਿਹੜੇ ਰੈਸਲਰਸ ਨੇ ਉਹ ਆਪਣਾ ਅੱਗੇ ਆ ਕੇ ਫਿਊਚਰ ਦੇ ਰੈਸਲਰਸ ਲਈ ਸੋਚਿਆ, ਤੇ ਬਹੁਤ ਵੱਡੀ ਗੱਲ ਹੈ। ਤੇ ਅਸੀਂ ਉਹਨਾਂ ਦਾ ਇੱਥੇ ਸਿੰਬੋਲਿਕ ਪ੍ਰੋਟੈਸਟ ਕਰਨ ਲਈ ਆਏ ਹਾਂ, ਉਹਨਾਂ ਦਾ ਸਾਥ ਦੇਣ ਲਈ ਆਏ ਹਾਂ ਤੇ ਦੱਸਣ ਲਈ ਆਏ ਹਾਂ ਕਿ ਦੇਸ਼ ਦੇ ਹਰ ਕੋਨੇ ਦੇ ਵਿੱਚ ਜਿੰਨਾ ਵੀ ਯੂਥ ਹੈ, ਜਦੋਂ ਵੀ ਕਿਸੇ ਨਾਰੀ ਨਾਲ ਧੱਕਾ ਹੋਏਗਾ ਤੇ ਹਮੇਸ਼ਾ ਉਹਨਾਂ ਨਾਲ ਡਟ ਕੇ ਖੜੇਗਾ। CYSS ਨੇ ਜਿਹੜਾ ਆ ਵੱਡਾ ਇਕੱਠ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਕੀਤਾ ਆ, ਤਾਂ ਉੱਥੇ ਗੱਲਬਾਤ ਹੋਈ ਸੀ ਪਹਿਲਾਂ, ਜਿਹੜੇ ਪਹਿਲਵਾਨ ਉੱਥੇ ਬੈਠੇ ਹੋਏ ਨੇ ਜੰਤਰ ਮੰਤਰ ਤੇ, ਜਾਂ ਕੋਈ ਸਾਥੀ ਵੀ ਆਪਣਾ ਉੱਥੇ ਕੋਈ ਮੌਜੂਦ ਹੈ? ਜੀ, ਸਾਡੇ ਸਾਥੀ CYSS ਦਿੱਲੀ ਦੀ ਵੀ ਟੀਮ ਉੱਥੇ ਮੌਜੂਦ ਹੈ ਤੇ ਸਾਡੀ ਗੱਲਬਾਤ ਵੀ ਹੋਈ ਹੈ। ਤੇ ਬੜੀ ਨਿੰਦਣਯੋਗ ਗੱਲ ਹੈ ਕਿ BJP ਦੇ ਅੱਜ ਤੋਂ 10 ਦਿਨ ਪਹਿਲਾਂ ਇੱਕ ਹਰਿਆਣਾ ਦੇ ਸਪੋਰਟਸ ਮਿਨਿਸਟਰ ਦੇ ਖਿਲਾਫ ਵੀ ਸੇਮ ਇੱਕ ਸਪੋਰਟਸ ਕੋਚ ਦੇ ਵੱਲੋਂ ਇਲਜ਼ਾਮ ਲਾਏ ਜਾਂਦੇ ਸੀ, ਤੇ ਅੱਜ ਤੱਕ BJP ਹਰਿਆਣਾ ਦੀ ਪੁਲਿਸ ਉਹਨਾਂ ਨੂੰ ਬਚਾਉਂਦੇ ਆ ਰਹੀ ਹੈ, ਕੋਈ ਗ੍ਰਿਫਤਾਰੀ ਨਹੀਂ ਹੋਈ, ਨਾ ਉਹਨਾਂ ਤੋਂ ਕੋਈ ਮੰਤਰਾਲੇ ਲਿਆ ਗਿਆ ਹੈ। ਸੇਮ ਥਿੰਗ ਹੈਪਨ ਹੋਈ ਹੈ, ਸੇਮ ਚੀਜ਼ ਆਹੀ ਆਪਣੀ ਉੱਥੇ ਹੋਈ ਹੈ ਬ੍ਰਿਜ ਭੂਸ਼ਣ ਜੀ ਦੇ ਖਿਲਾਫ। ਸੋ CYSS ਜਦੋਂ ਤੱਕ ਇਨਸਾਫ ਨਹੀਂ ਮਿਲਦਾ, ਜਦੋਂ ਤੱਕ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ, ਆਪਣਾ ਪ੍ਰੋਟੈਸਟ ਜਾਰੀ ਰੱਖੇਗੀ। ਜੀ, ਤਾਂ ਕਿੰਨੇ ਜਿਹੜਾ ਇਸ ਜੋ ਧਰਨਾ ਲਗਾਇਆ ਗਿਆ ਤੁਹਾਡੇ ਵੱਲੋਂ, ਕਿੰਨਾ ਕੁ ਇਕੱਠ ਤੁਹਾਡੇ ਵੱਲੋਂ ਇੱਥੇ ਕੀਤਾ ਗਿਆ ਆ? ਕਿਉਂਕਿ ਦੇਖਿਆ ਜਾ ਰਿਹਾ ਕਿ ਸਟੂਡੈਂਟਸ ਜਿਹੜੇ ਨੇ ਵੱਖ-ਵੱਖ ਵਿਭਾਗਾਂ ਤੋਂ ਇੱਥੇ ਆਏ ਹੋਏ ਨੇ। ਦੇਖੋ ਜੀ, ਹਰ ਡਿਪਾਰਟਮੈਂਟ ਤੋਂ ਸਟੂਡੈਂਟਸ ਇੱਥੇ ਆਏ ਨੇ ਤੇ ਸਟੂਡੈਂਟ ਸੈਂਟਰ ਉੱਤੇ ਕਾਫੀ ਜ਼ਿਆਦਾ ਲੋਕ ਸਾਡੇ ਨਾਲ ਸੀਗੇ। ਹਰ ਡਿਪਾਰਟਮੈਂਟ ਦੇ, ਹਰ ਵਰਗ ਦੇ, PhD ਦੇ ਵੀ, ਬੈਚਲਰਸ ਦੇ ਵੀ, ਹਰ ਇੱਕ ਸਟੂਡੈਂਟ ਨੇ ਇਹਦੇ ਵਿੱਚ ਆ ਕੇ ਸਾਥ ਦਿੱਤਾ ਹੈ ਤੇ ਉਹਨਾਂ ਨੇ ਡਟ ਕੇ ਹੁੰਗਾਰਾ ਦਿੱਤਾ ਹੈ ਕਿ ਜਦੋਂ ਤੱਕ ਸਾਡੇ ਦੇਸ਼ ਦੀ ਨਾਰੀ ਨੂੰ ਸਨਮਾਨ ਨਹੀਂ ਮਿਲੇਗਾ ਅਸੀਂ ਇਹਨਾਂ ਚੀਜ਼ਾਂ ਦੇ ਖਿਲਾਫ ਆਪਣੀ ਆਵਾਜ਼ ਚੱਕਦੇ ਰਹਾਂਗੇ। ਜੀ ਜ਼ਰੂਰ, ਅੱਗੇ ਵੀ ਸਟੂਡੈਂਟਸ ਨੇ ਗੱਲਬਾਤ ਕਰਦੇ ਆ। ਨਾਰੀ ਦੇ ਸਨਮਾਨ ਦੀ ਗੱਲ ਕੀਤੀ ਜਾ ਰਹੀ ਹੈ, ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਨਾਰੀ ਨੂੰ ਸਨਮਾਨ ਮਿਲ ਰਿਹਾ, ਕਿਉਂਕਿ ਪਹਿਲਵਾਨ ਜਿਹੜੇ ਨੇ ਹੁਣ ਜੰਤਰ ਮੰਤਰ ਤੇ ਬੈਠੇ ਹੋਏ ਨੇ। कहीं ना कहीं जो हमारा पेट्रियार्कल नोशन है वो इस चीज़ को काफ़ी ज़्यादा डोमिनेट करता है, और लोगों के मन दिमाग में कहीं ना कहीं ये है कि औरत को अपना घर संभालना चाहिए, उसको घरों के काम करने चाहिए, और जो नारी का जो सम्मान है वो उसको नहीं मिलता है आज की डेट में। और ये एविडेंट है इस फैक्ट से कि जो भी केसेस होते हैं, आप मीटू का मूवमेंट उठा लीजिए या फिर आप ये वाला केस देख लीजिए जो संदीप सिंह ने हरियाणा में हुआ था, वैसे केसेस है वहाँ पर औरतों को आकर मीडिया का सहारा लेना पड़ता है, क्योंकि सिस्टम ऐसा करप्ट है और इतना मिसोजिनिस्टिक है, इतना पेट्रियार्कली इफेक्टेड है कि अगर औरत आके अपनी कंप्लेंट उनको जाकर बोलेगी, तो अगर वो किसी इन्फ्लुएंशियल बंदे के अगेंस्ट है, जो अनएथिकल बंदा है, जिसने कुछ भी गलत किया है, वो उस चीज़ को आगे लेकर जाना ही नहीं चाहते हैं। वो ऑन द फेस ऑफ इट देख के देते हैं कि नहीं, हम ये कंप्लेंट रजिस्टर नहीं करेंगे। और ऐसे में नारी का जो सम्मान है वो सिस्टम से ही कहीं ना कहीं नहीं मिल रहा है। तो जनरल पब्लिक का तो हम कुछ ज़्यादा कह नहीं सकते हैं, क्योंकि जो आप विमेन के अगेंस्ट केसेस देखो, जो वॉयलेंस के केसेस भी हैं वो पिछले कुछ सालों में बढ़े ही हैं, उनका कोई वो कम नहीं हुए। रेप केसेस की रिपोर्टिंग बढ़ी है, पर उनका जो जस्टिस डिलीवरी है वो इतना नहीं बढ़ा है। तो जो हमारा पूरा सिस्टम है वो इन नोशंस पे सेटअप और इस्टेब्लिश्ड है कि नारी को सम्मान दिलाने में हमें और भी समय लगेगा।
ਜੀ ਉੱਥੇ ਵੀ ਜਿਹੜੇ ਪਹਿਲਵਾਨ ਬੈਠੇ ਹੋਏ ਨੇ ਜੰਤਰ ਮੰਤਰ ਤੇ ਉਹਨਾਂ ਦੀਆਂ ਵੀ ਮੰਗਾਂ ਹੈਗੀਆਂ ਨੇ, ਪਰ ਖਾਸ ਤੌਰ ਤੇ ਜਿਵੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟਸ ਨੇ ਵੱਡਾ ਇਕੱਠ ਕੀਤਾ ਹੈ, ਤੁਸੀਂ ਵੀ ਆਪਣੀ ਜਿਹੜਾ ਸ਼ਿਰਕਤ ਕੀਤੀ ਹੈ, ਤੁਹਾਡੇ ਵੱਲੋਂ ਵੀ ਕੀਤੀ ਗਈ ਹੈ, ਤਾਂ ਤੁਹਾਡੀਆਂ ਕੀ ਮੰਗਾਂ ਹੈਗੀਆਂ ਨੇ ਕਿ ਉਹਨਾਂ ਨੂੰ ਜਿਹੜਾ ਹੈ ਅਸਤੀਫਾ ਦੇ ਦਿੱਤਾ ਜਾਣਾ ਚਾਹੀਦਾ है? हाँ जी, देखिए अगर इतनी सारी पहलवान आप देखिए, ये तो है नहीं कि कोई फेक केसेस का आजकल लोग बहुत बोलते हैं, तो ऐसा तो है नहीं कि कोई एक लड़की ने एलिगेशन लगाया है। इतनी सारी लड़कियां हैं जो इन सब चीज़ों के खिलाफ से जूझी हैं, उनको कहीं ना कहीं उस चीज़ से जूझना पड़ा है जस्ट टू गेट सिक्योर्ड पोजीशन देयर। हाँ जी, तो मुझे ऐसा लगता है कि अभी फ़िलहाल उनको रिज़ाइन कर देना चाहिए, क्योंकि और उसके बाद उसकी इन्वेस्टिगेशन के साथ साथ उनके अगेंस्ट क्रिमिनल केस भी फाइल होना चाहिए, क्योंकि एक मैसेज जाना चाहिए जनरल पब्लिक को, एक मैसेज जाना चाहिए जितने भी फेडरेशंस है जहाँ पर कहीं ना कहीं ऐसा होता होगा उन सब फेडरेशंस को, कि ये सब चीज़ें नहीं चलेंगी। अगर नारी को सम्मान देना है तो नारी को सम्मान देना ही पड़ेगा, और इसका कोई इफ़ बट किंतु परंतु नहीं है। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟਸ ਇਹੋ ਮੰਗ ਰੱਖਦੇ ਨੇ ਕਿ ਬ੍ਰਿਜ ਭੂਸ਼ਣ ਜਿਹੜੇ ਸ਼ਰਨ ਨੇ ਉਹਨਾਂ ਨੂੰ ਅਸਤੀਫਾ ਦੇ ਦਿੱਤਾ ਜਾਣਾ ਚਾਹੀਦਾ ਹੈ ਤੇ ਪ੍ਰਸ਼ਾਸਨ ਜਿਹੜੀ ਹੈ ਸਖਤ ਕਾਰਵਾਈ ਕਰਨੀ ਚਾਹੀਦੀ ਹੈ। हाँ जी, ये हमारी एक मांग है कि उनको एक तो सबसे पहले इस्तीफ़ा दे देना चाहिए, और उसके साथ साथ उनके खिलाफ क्रिमिनल कंप्लेंट इंस्टीट्यूट होनी चाहिए, डिपार्टमेंटल इंक्वायरी भी होनी चाहिए, और ये मेक श्योर करना चाहिए कि अगर ये सारे एलिगेशंस सच निकलते हैं तो उनकी अपॉइंटमेंट किसी भी ऑर्गेनाइजेशन में जहाँ पर विमेन के साथ डील करना हो, या जहाँ पे आदमियों के साथ भी डील करना हो, कि आदमियों के साथ भी ऐसे कुछ दुष्कर्म हो सकता है, तो जहाँ पर भी किसी के साथ भी डील करना हो, कोई भी पब्लिक डिपार्टमेंट हो, वहाँ पे उनका अपॉइंटमेंट ना हो। ਤੇ ਇਹ ਜਿਹੜਾ ਤੁਹਾਡੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿੰਨੇ ਦਿਨ ਹੋਰ ਲਗਾਤਾਰ ਕਰਨਾ ਹੈ, ਜਾਂ ਇੱਥੋਂ ਦੀ ਤੁਸੀਂ ਜਿਹੜਾ ਜੰਤਰ ਮੰਤਰ ਵੱਲ ਵੀ ਰੁਖ ਕਰੋਗੇ? हम लोग जंतर मंतर के बाहर भी जाएंगे, क्योंकि जो वहाँ पे हमारे खिलाड़ी हैं वो जब वो मेडल लेकर आते हैं तो देश गौरवान्वित होता है, प्राउड फील करता है। और ऐसे में अगर वो लोग प्रोटेस्ट पर बैठे हैं और उनके साथ कुछ बुरा हुआ है, जो देश उनकी जीत का जश्न मनाता है, आज उनके स्ट्रगल में भी उस देश को उनका साथ देना चाहिए, तो हम जाएंगे, हम यहाँ भी प्रोटेस्ट करेंगे और धीरे धीरे करके हम जंतर मंतर तक भी लेकर जाएंगे। ਸੋ ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਖਾਸ ਤੌਰ 'ਤੇ ਜਿਹੜੇ ਸਟੂਡੈਂਟਸ ਨੇ ਉਹਨਾਂ ਵੱਲੋਂ ਜਿਹੜਾ ਸਟੂਸੀ ਜਿਹੜਾ ਸਟੂਡੈਂਟ ਸੈਂਟਰ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਉੱਥੇ ਵੱਡਾ ਇਕੱਠ ਕੀਤਾ ਗਿਆ ਹੈ, ਤਾਂ ਇੱਥੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਦੇ ਖਿਲਾਫ ਜਿਨ੍ਹਾਂ ਦੇ ਉੱਪਰ ਯੌਨ ਸ਼ੋਸ਼ਣ ਦੇ ਵੱਡੇ ਜਿਹੜੇ ਨੇ ਇਲਜ਼ਾਮ ਲੱਗੇ ਨੇ। ਕਿਉਂਕਿ ਨੌਜਵਾਨਾਂ ਜਿਸ ਤਰੀਕੇ ਨਾਲ ਗੱਲਬਾਤ ਕੀਤੀ ਹੈ, ਇਹਨਾਂ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਪਹਿਲਵਾਨਾਂ ਦਾ ਸਾਥ ਦੇਵਾਂਗੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਦੇ ਨੇ ਤੇ ਇੱਕ ਚੰਗੇ ਮੁਕਾਮ ਨੂੰ ਹਾਸਿਲ ਕਰਦੇ ਨੇ, ਕਿਉਂਕਿ ਜਿਹੜੇ ਸਾਡੇ ਦੇਸ਼ ਦੇ ਖਿਡਾਰੀ ਨੇ ਉਹ ਜਿਸ ਤਰੀਕੇ ਨਾਲ ਮਿਹਨਤ ਕਰਦੇ ਨੇ, ਜਿਸ ਮੁਕਾਮ ਨੂੰ ਹਾਸਿਲ ਕਰਦੇ ਨੇ, ਇਸ ਦੇ ਨਾਲ ਜਿਹੜਾ ਦੇਸ਼ ਦਾ ਮਾਣ ਹੀ ਵੱਧਦਾ ਹੈ ਤੇ ਜਿਹੜੀ ਉਹਨਾਂ ਦੀ ਗੂੰਜ ਹੈ ਮਿਹਨਤ ਦੀ ਉਹ ਦੇਸ਼ਾਂ ਵਿਦੇਸ਼ਾਂ ਤੱਕ ਗੂੰਜਦੀ ਹੈ। ਪਰ ਜੋ ਰੈਸਿੰਗ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਉੱਪਰ ਜਿਹੜੇ ਯੌਨ ਸ਼ੋਸ਼ਣ ਦੇ ਵੱਡੇ ਇਲਜ਼ਾਮ ਲੱਗੇ ਨੇ, ਤੇ ਸਟੂਡੈਂਟਸ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੂੰ ਹੁਣ ਅਸਤੀਫਾ ਦੇਣਾ ਚਾਹੀਦਾ ਹੈ ਤੇ ਪ੍ਰਸ਼ਾਸਨ ਜਿਹੜੀ ਹੈ ਸਖਤ ਤੇ ਸਖਤ ਜਿਹੜੀ ਇਹਨਾਂ ਲੋਕਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ। ਕੈਮਰਾਮੈਨ ਅਜੇ ਨਾਲ ਮੈਂ ਅਕਸ਼ਦੀਪ ਸਿੰਘ ਔਨ 에ਅਰ ਚੰਡੀਗੜ੍ਹ।